ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰੀਵਾਰੀਆ। ਅੱਜ ਅਸੀਂ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਕਿ ਗਣਿਤ ਦਾ ਹੀ ਟੌਪਿਕ ਆ। ਈਲਰ ਨੰਬਰ ਜੋ ਹੁੰਦਾ ਹੈ, ਈਲਰ ਨੰਬਰ ਜੋ ਹੈ ਕੁਆਂਟਮ ਵਾਸਤਵਿਕਤਾ। ਇਹ ਪਰਮ ਮੁੰਡੇ ਜੀ ਦੁਆਰਾ ਲਿਖੀ ਹੋਈ ਕਿਤਾਬ। ਅੱਜ ਤੋਂ ਕੁਝ ਸਾਲ ਪਹਿਲਾਂ ਮੈਨੂੰ ਉਹ ਇਹ ਕਿਤਾਬ ਦੇ ਕੇ ਗਏ ਸੀ। ਸੋ ਕੁਆਂਟਮ ਵਾਸਤਵਿਕਤਾ ਪਰਮ ਮੁੰਡੇ ਜੀ ਦੀ ਕਿਤਾਬ ਆ। ਉਹਨਾਂ ਮਹਾਨ ਵਿਗਿਆਨਿਕਾਂ, ਫਿਲਾਸਫਰਾਂ ਅਤੇ ਚਿੰਤਕਾਂ ਨੂੰ ਸਮਰਪਿਤ ਜਿਨ੍ਹਾਂ ਨੇ ਸ੍ਰਿਸ਼ਟੀ ਰਚਨਾ ਦੀ ਵਾਸਤਵਿਕ ਦੀ ਖੋਜ ਜ਼ਿੰਦਗੀ ਨੂੰ ਸਮਰਪਿਤ ਕੀਤੀ ਹੈ ਭਾਜੀ। ਸੋ ਇਹ ਕਿਤਾਬ ਦੇ ਵਿੱਚ ਜੋ ਦਿਖਾਉਣ ਦਾ ਮਕਸਦ ਮੇਰਾ ਇਹ ਸੀਗਾ ਕਿ ਜ਼ਿਆਦਾਤਰ ਇੱਕ ਲੇਖਕ ਦੀ ਜੋ ਕਿਸ ਚੀਜ਼ ਕਰਨੀ ਧਿਆਨ ਰਹਿੰਦਾ ਹੈ ਉਹ ਹੈ। ਮੈਂ ਈ ਦੀ ਬਾਰੇ ਅੱਜ ਗੱਲ ਕਰਨਾ ਚਾਹੁੰਦਾ ਹਾਂ। ਤਾਂ ਇਹਦੇ ਵਿੱਚ ਈ ਦਾ ਲੇਖਕ ਨੇ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਹੈ ਅਤੇ ਉਹ ਇਸ ਚੀਜ਼ ਇਸ ਈ ਜੋ ਕਾਂਸਟੈਂਟ ਹੈ ਉਸਦੇ ਬਹੁਤ ਜ਼ਿਆਦਾ ਨਜ਼ਦੀਕ ਹਨ। ਸੋ ਕੁਆਂਟਮ ਵਾਸਤਵਿਕਤਾ ਕਿਤਾਬ ਦੇ ਵਿੱਚ ਪਰਮ ਮੁੰਡੇ ਜੀ ਦੁਆਰਾ ਜਿਹੜਾ ਇਹ ਈ ਦੀ ਵਰਤੋਂ ਕਰੀ ਗਈ ਹੈ, ਕਿਤੇ ਵੀ ਦੇਖੋ ਤੁਸੀਂ ਸਭ ਈ ਹੀ ਹੈ ਜਿਹੜਾ ਕਿ ਇੱਥੇ ਲਗਭਗ ਤੁਹਾਨੂੰ ਹਰੇਕ ਪੇਜ 'ਤੇ ਦਿਖ ਸਕਦਾ ਇਹ। ਤਾਂ ਆਪਾਂ ਅੱਜ ਇਹਦੇ ਬਾਰੇ ਡਿਸਕਸ ਕਰਾਂਗੇ ਕਿ ਇਹ ਈ ਹੈ ਕਿਆ। ਠੀਕ ਹੈ ਜੀ। ਸੋ ਬਹੁਤ ਵਧੀਆ ਕਿਤਾਬ ਆ। ਤਾਂ ਮੈਂ ਇਹਨੂੰ ਥੋੜ੍ਹਾ ਕਰਕੇ ਬਹੁਤ ਪੜ੍ਹਿਆ ਵੀ ਹੈ। ਇੱਕ ਕਾਂਸਟੈਂਟ ਆ ਗਣਿਤ ਦੇ ਵਿੱਚ। ਅਨੇਕਾਂ ਹੀ ਪ੍ਰਕਾਰ ਦੇ ਕਾਂਸਟੈਂਟ ਹੈਗੇ ਨੇ, ਜਿਵੇਂ ਪਾਈ, √2, √3। ਇਹ ਇਹੋ ਜਿਹੇ ਨੰਬਰ ਨੇ ਜਿਨ੍ਹਾਂ ਨੂੰ ਅਸੀਂ ਕਾਂਸਟੈਂਟ ਕਹਿ ਸਕਦੇ ਹਾਂ। ਗੋਲਡਨ ਰੇਸ਼ੋ ਵੀ ਇੱਕ ਕਾਂਸਟੈਂਟ ਆ। ਸੋ ਈਲਰ ਈ ਬਾਰੇ ਜੇਕਰ ਗੱਲ ਕਰੀ ਜਾਵੇ ਤਾਂ ਇਹ ਸਭ ਤੋਂ ਜ਼ਿਆਦਾ ਵੱਖਰਾ ਕਿਉਂ ਹੈ? ਵੱਖਰਾ ਇਸ ਕਰਕੇ ਆ ਕਿ ਇਸ ਦੀ ਸਾਡੇ ਕੋਲ ਜਿਓਮੈਟਰੀਕਲ ਬੇਸਿਸ ਨਹੀਂ ਹੈਗਾ। ਜਿਵੇਂ ਅਸੀਂ ਪਾਈ ਦੇਖੀਏ ਤਾਂ ਪਾਈ ਸਾਡੇ ਕੋਲ ਇੱਕ ਜਿਓਮੈਟਰੀਕਲ ਬੇਸਿਸ ਤੋਂ ਆਉਂਦਾ ਹੈ। ਇੱਕ ਸਰਕਲ ਹੈ, ਇੱਕ ਚੱਕਰ ਹੈ, ਚੱਕਰ ਦੇ ਜੋ ਸਾਡੇ ਕੋਲ ਘੇਰਾ ਹੈ ਤੇ ਉਹਦਾ ਵਿਆਸ ਹੈ, ਉਹਦਾ ਅਸੀਂ ਅਨੁਪਾਤ ਲੈ ਲੈਂਦੇ ਹਾਂ ਤਾਂ ਉਹ ਸਾਡੇ ਕੋਲ ਇੱਕ ਪਾਈ ਦਾ ਨੰਬਰ ਪ੍ਰਾਪਤ ਹੁੰਦਾ ਹੈ। ਇਸੇ ਤਰੀਕੇ ਨਾਲ ਕੋਈ √2 ਹੈ ਤਾਂ ਉਹ ਇੱਕ ਟ੍ਰਾਇੰਗਲ ਦੇ ਬੇਸਡ ਹੈ ਵੀ ਅਗਰ 1 ਔਰ 1 ਅਸੀਂ ਕੀ ਲੈ ਲਈਏ, ਇੱਕ ਹਾਈਪੋਟਨਿਊਜ਼ ਲੈ ਲਿਆ ਤੇ ਉਹ ਸਾਡੇ ਕੋਲ √2 ਆ ਜਾਏਗਾ ਕਿਸੇ ਵੀ ਟ੍ਰਾਇੰਗਲ ਦਾ। ਸੋ ਗੋਲਡਨ ਰੇਸ਼ੋ ਹੈ ਉਹ ਵੀ ਇੱਕ ਕੀ ਆ ਸਾਡੇ ਕੋਲ ਜਿਓਮੈਟਰੀਕਲ ਬੇਸਿਸ ਤੇ ਆ। ਇਸ ਤਰੀਕੇ ਨਾਲ ਇਹ ਸਾਡੇ ਸਾਰੇ ਜੋ ਵੀ ਨੰਬਰ ਨੇ ਇਹ ਸਾਡੇ ਕੋਲ ਇੱਕ ਜਿਓਮੈਟਰੀਕਲ ਬੇਸ ਤੋਂ ਆਉਂਦੇ ਨੇ। ਬਟ ਜਿਹੜਾ ਈਲਰ ਨੰਬਰ ਈ ਹੈ ਉਹ ਸਾਡੇ ਕੋਲ ਜਿਓਮੈਟਰੀਕਲ ਬੇਸਿਸ ਤੇ ਨਹੀਂ ਆਉਂਦਾ। ਇਹ ਸਾਡੇ ਕੋਲ ਗਰੋਥ ਦੇ ਬੇਸ ਤੇ ਆਉਂਦਾ ਹੈ, ਰੇਟ ਆਫ ਚੇਂਜ ਦੇ ਬੇਸਿਸ ਤੇ ਹੈ। ਸੋ ਈ ਜੋ ਹੈ ਉਹ ਸਭ ਤੋਂ ਪਹਿਲਾਂ ਜੈਕੋਬ ਬਰਨੌਲੀ ਦੁਆਰਾ ਦੱਸਿਆ ਗਿਆ ਔਰ ਇਸ ਦੇ ਪਿੱਛੇ ਇਤਿਹਾਸ ਵੀ ਉਹੀ ਹੈ ਜਿਹੜਾ ਅਸੀਂ ਕੱਲ ਪੋਸਟ ਪਾਈ ਸੀ ਕਿ ਮਿਸ਼ਰਤ ਵਿਆਜ ਬਾਰੇ ਉਹ ਕੀ ਸੋਚ ਰਿਹਾ ਸੀ। ਮਿਸ਼ਰਤ ਵਿਆਜ ਕੰਪਾਊਂਡਡ ਜੋ ਸੀ ਉਹ ਲੱਗਦਾ ਉਸਨੇ 100% ਤੇ ਦੇਖਿਆ ਵੀ ਅਗਰ ਸਾਲਾਨਾ ਲੱਗ ਰਿਹਾ ਹੈ ਤਾਂ ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਪੈਸੇ ਹੋ ਸਕਦੇ ਨੇ। ਉਸ ਤੋਂ ਬਾਅਦ ਇਹ 50 ਸਾਲ ਬਾਅਦ ਉਸਨੇ ਇੱਕ ਨੰਬਰ ਚਲੋ ਬਣਾ ਕੇ ਸਾਡੇ ਮੂਹਰੇ ਅੱਗੇ ਰੱਖਤਾ, ਪਰ 50 ਸਾਲ ਬਾਅਦ ਈਲਰ ਨੇ ਜੋ ਇਸ ਦੇ ਉੱਤੇ ਕੰਮ ਕਰਿਆ ਉਸ ਦੇ ਕਰਕੇ ਫਿਰ ਇਹ ਈਲਰ ਆਇਡੈਂਟੀਟੀ ਜਾਂ ਈਲਰ ਦੇ ਕੰਮਾਂ ਦੇ ਨਾਂ ਨਾਲ ਜਾਣਿਆ ਗਿਆ। ਤਾਂ ਐਕਚੁਅਲ 'ਚ ਹੋ ਕੀ ਰਿਹਾ ਸੀਗਾ ਅਸੀਂ ਇਸ ਦੇ ਉੱਤੇ ਦੇਖਾਂਗੇ ਥੋੜਾ ਜਿਹਾ ਲਿਖ ਕੇ। ਸਾਡੇ ਕੋਲ ਜਿਹੜਾ ਨੰਬਰ ਈ ਹੈ ਉਹ ਕਿਸ ਤਰੀਕੇ ਨਾਲ ਆਉਂਦਾ। ਮੰਨ ਲਓ ਜਿਵੇਂ ਅਸੀਂ ਕੱਲ ਇੱਕ ਪੋਸਟ ਦੇ ਵਿੱਚ ਪਾਇਆ ਸੀ ਵੀ ਅਗਰ ਸਾਡੇ ਕੋਲ 1 ਰੁਪਿਆ ਹੈ, ਠੀਕ ਹੈ, ਸੋ ਉਸ ਦਾ ਸਾਨੂੰ 100% ਵਿਆਜ ਮਿਲਦਾ 1 ਸਾਲ ਬਾਅਦ, ਤਾਂ ਉਹ 1 + 1 ਸਾਡੇ ਕੋਲ 2 ਰੁਪਏ ਹੋ ਗਏ। ਤਾਂ ਇਹ ਸਾਨੂੰ ਕੰਪਾਊਂਡਡ ਐਨੂਅਲੀ ਮਿਲ ਰਿਹਾ 100% ਤੇ। ਪਰ ਉਹੀ ਅਗਰ ਅਸੀਂ ਇਹ ਮਿਸ਼ਰਤ ਵਿਆਜ ਜੋ ਹੈ 1 ਰੁਪਇਆ ਸਾਨੂੰ 6 ਮਹੀਨੇ ਬਾਅਦ ਮਿਲਣਾ ਸ਼ੁਰੂ ਹੋ ਜਾਏ ਤਾਂ 2 ਛਮਾਹੀਆਂ ਦੇ ਹਿਸਾਬ ਨਾਲ ਸਾਡੇ ਕੋਲ ਪਹਿਲੀ ਛਮਾਹੀ ਦੇ ਵਿੱਚ 1 ਰੁਪਇਆ ਤੇ ਸਾਨੂੰ 1.5 ਰੁਪਇਆ ਬਣ ਜਾਏਗਾ, 50 ਪੈਸੇ ਮਿਲ ਜਾਣਗੇ। ਤੇ ਦੂਸਰੀ ਛਮਾਹੀ ਦੇ ਵਿੱਚ ਸਾਡੇ ਕੋਲ
75 ਪੈਸੇ ਦਾ ਵਿਆਜ ਹੋ ਜਾਏਗਾ, ਤਾਂ ਕੁੱਲ ਸਾਡੇ ਕੋਲ 2 ਰੁਪਏ 25 ਪੈਸੇ ਹੋ ਜਾਣਗੇ। ਇਹ ਕਿਆ ਹੈ ਸਾਡੇ ਕੋਲ ਬੈਟਰ ਆ ਦੂਸਰੇ 1 ਸਾਲ ਦੇ ਨਾਲੋਂ ਸਾਨੂੰ ਅਗਰ ਛਮਾਹੀ ਦੇ ਹਿਸਾਬ ਨਾਲ ਪੈਸੇ ਮਿਲਣ ਤਾਂ ਸਾਡੇ ਕੋਲ 25 ਪੈਸੇ ਜ਼ਿਆਦਾ ਮਿਲਣਗੇ। ਸੋ ਅਗਰ ਅਸੀਂ ਇਹੀ ਵਿਆਜ ਸਾਨੂੰ ਤਿਮਾਹੀ ਦੇ ਹਿਸਾਬ ਨਾਲ ਮਿਲਣਾ ਸ਼ੁਰੂ ਹੋ ਜਾਏ, ਕੁਆਟਰਲੀ ਮਿਲਣਾ ਸ਼ੁਰੂ ਹੋ ਜਾਏ, ਤਾਂ ਇਹ ਸਾਡੇ ਕੋਲ ਵੱਧ ਕੇ 2 ਰੁਪਏ 37 ਪੈਸੇ ਹੋ ਜਾਏਗਾ। ਕਹਿਣ ਦਾ ਮਤਲਬ ਅਗਰ ਅਸੀਂ ਦੇਖੀਏ 1 + 1/3 ਦੀ ਪਾਵਰ 3, ਇਸ ਤਰੀਕੇ ਨਾਲ ਲਿਖਾਂਗੇ ਇਸ ਨੂੰ। ਇਹੀ ਸਾਡੇ ਕੋਲ ਜੇ ਵਿਆਜ ਜੋ ਹੈ ਸਾਡਾ ਸਾਨੂੰ 1 ਰੁਪਏ ਦੇ ਉੱਤੇ ਹਰੇਕ ਮਹੀਨੇ ਮਿਲਣਾ ਸ਼ੁਰੂ ਹੋ ਜਾਏ, ਤਾਂ ਇਹ ਸਾਡੇ ਕੋਲ ਘੱਟੋ ਘੱਟ 2 ਰੁਪਏ 61 ਪੈਸੇ ਸਾਨੂੰ ਮਿਲਣਾ ਸ਼ੁਰੂ ਹੋ ਜਾਏਗਾ। ਤਾਂ ਇਟ ਮੀਨਸ ਇਹ ਵੱਧਦਾ ਜਾ ਰਿਹਾ। ਸੋ ਅਗਰ ਇਹੀ ਸਾਨੂੰ 365 ਦਿਨ, ਸਾਲ ਦੇ ਹਰ ਇੱਕ ਦਿਨ ਸਾਨੂੰ ਇਹ ਵਿਆਜ ਮਿਲਣਾ ਸ਼ੁਰੂ ਹੋ ਜਾਏ, ਤਾਂ 365 ਦਿਨ ਸਾਡੇ ਕੋਲ ਵਿਆਜ ਆਉਣਾ ਸ਼ੁਰੂ ਹੋ ਜਾਏ, ਤਾਂ ਸਾਨੂੰ ਇਹ 2 ਰੁਪਏ 64 ਮਿਲਣਾ ਸ਼ੁਰੂ ਹੋ ਜਾਏਗਾ। ਸੋ ਹਰ ਪਲ ਦਾ ਮਤਲਬ ਅਸੀਂ ਹਰ ਸੈਕਿੰਡ ਆਖਿਆ ਸੀ, ਤੇ ਹਰੇਕ ਸੈਕਿੰਡ ਦੇ ਉੱਤੇ ਜੇ ਸਾਨੂੰ ਵਿਆਜ ਮਿਲਣਾ ਸ਼ੁਰੂ ਹੁੰਦਾ ਐਵਰੀ ਸੈਕਿੰਡ, ਸੋ 1 + 1 ਹਰੇਕ ਸੈਕਿੰਡ 1 ਸਾਲ ਦੇ ਵਿੱਚ ਇੰਨੇ ਸੈਕਿੰਡ, ਤਾਂ ਹਰ ਇੱਕ ਸੈਕਿੰਡ ਜੇ ਸਾਨੂੰ ਉਸ ਦਾ ਵਿਆਜ ਮਿਲਦਾ ਹੈ, ਤਾਂ ਉਹ ਸਾਡੇ ਕੋਲ 2.718 ਸਮਥਿੰਗ ਕੁਛ ਮਿਲਣਾ ਸ਼ੁਰੂ ਹੋ ਜਾਏ। ਤਾਂ ਅਸੀਂ ਅਗਰ ਹਰ ਇੱਕ ਇਨਸਟੈਂਟ ਤੇ ਅਗਰ ਅਸੀਂ ਕਾਊਂਟ ਕਰਨਾ ਸ਼ੁਰੂ ਕਰਦੇ ਹਾਂ, ਤਾਂ ਸਾਡੇ ਕੋਲ ਇੱਕ ਪੈਟਰਨ ਬਣ ਗਿਆ। ਮੈਥ ਦੇ ਬੱਚੇ, ਸਟੂਡੈਂਟਸ ਜਾਂ ਮੈਥ ਨਾਲ ਜੁੜੇ ਹੋਏ ਵਿਦਿਆਰਥੀ ਜਾਂ ਟੀਚਰ ਸਾਰੇ ਜਾਣਦੇ ਹੋਣਗੇ ਕਿ ਸਾਡੇ ਕੋਲ ਅਗਰ ਹਰ ਇੱਕ ਇਨਸਟੈਂਟ ਤੇ ਇਹ ਸਾਨੂੰ ਮਿਲਣਾ ਸ਼ੁਰੂ ਹੋ ਜਾਏ, ਤਾਂ ਸਾਡੇ ਕੋਲ ਇੱਕ ਕੰਟੀਨਿਊਸ ਚੱਲਣ ਵਾਲੀ ਵੈਲਿਊ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸੋ ਔਨ। ਸੋ ਇਹ ਸਾਡਾ E ਹੈ, ਈਲਰ ਆਈਡੈਂਟੀਟੀ, ਈਲਰ ਨੰਬਰ, ਕੁਛ ਵੀ ਇਹ E ਹੈ। ਇਹ ਜੈਕੋਬ ਬਰਨੌਲੀ ਨੇ ਪਹਿਲੇ ਕੁਝ 7-8 ਦਸ਼ਮਲਾਂ ਤੱਕ ਕੱਢਿਆ ਸੀ। ਉਸ ਤੋਂ ਬਾਅਦ ਈਲਰ ਨੇ ਆ ਕੇ ਇਸ ਦੇ ਉੱਤੇ ਕੰਮ ਕਰਿਆ, ਤੇ ਅਗਲੇ ਕਈ 100 ਦਸ਼ਮਲਵਾਂ ਤੱਕ ਉਸਨੇ ਕੰਮ ਕਰਕੇ ਦਿਖਾਇਆ, ਔਰ ਇਸ ਨੂੰ ਇੱਕ ਵੱਖਰੇ ਤੌਰ ਤੇ ਇਸ ਦੀ ਰਿਪਰੈਜ਼ੈਂਟੇਸ਼ਨ ਦਿੱਤੀ, ਜਿਵੇਂ ਕਿ ਉਸਨੇ E ਨੂੰ ਲਿਖਿਆ 2 + 1/1 + 1 / 2 + 1 1 + 1/1 + 1/4 + 1/1 + 1/8 6। ਸੋ ਈਲਰ ਨੇ ਇਸ ਤਰੀਕੇ ਨਾਲ E ਨੂੰ ਡਿਫਾਈਨ ਕਰਿਆ, ਔਰ ਇਸ ਤੋਂ ਇਲਾਵਾ ਇੱਕ ਹੋਰ ਸੀ ਜਿਹੜਾ ਕਿ ਸਾਡਾ ਕੈਲਕੂਲਸ ਦੇ ਵਿੱਚ ਇਸ ਦਾ ਚੱਲਦਾ, E = 1 + 1/1 ਫੈਕਟੋਰੀਅਲ, 1/2 ਫੈਕਟੋਰੀਅਲ + 3 ਫੈਕਟੋਰੀਅਲ ਐਂਡ 4 ਫੈਕਟੋਰੀਅਲ, ਸੋ ਔਨ। ਜਿਹੜੇ ਮੈਥ ਨਾਲ ਹਲੇ ਘੱਟ ਜੁੜੇ ਹੋਏ ਨੇ ਉਹਨਾਂ ਨੂੰ ਫੈਕਟੋਰੀਅਲ ਬਾਰੇ ਦੱਸਦੇ ਨੇ। ਅਗਰ ਜੇ ਅਸੀਂ 4 ਫੈਕਟੋਰੀਅਲ ਲੈਂਦੇ ਹਾਂ, ਤਾਂ ਇਸ ਦਾ ਮਤਲਬ ਇਹ ਹੈ ਕਿ 4 × 3 × 2 × 1। ਸੋ ਅਗਰ ਜੇ 3 ਲਿਖਾਂਗੇ ਤਾਂ 3 ਫੈਕਟੋਰੀਅਲ ਦਾ ਮਤਲਬ ਹੁੰਦਾ ਹੈ 3 × 2 × 1। ਸੋ ਇਸ ਤਰੀਕੇ ਨਾਲ ਈਲਰ ਨੇ ਇਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰੀ, ਤੇ ਇੱਕ ਬਹੁਤ ਹੀ ਲੰਬੇ ਡੈਸੀਮਲ
ਦੀ ਇੱਕ ਸੀਰੀਜ਼ ਦਿੱਤੀ ਜਿਹੜੀ ਕਿ ਸਾਡੇ ਕੋਲ ਇੱਕ ਜਿਸ ਨੂੰ ਉਸਨੇ ਸਿੱਧ ਕਰਿਆ ਕਿ ਇਹ ਨੰਬਰ ਇਰੈਸ਼ਨਲ ਹੈ, ਇਰੈਸ਼ਨਲ ਨੰਬਰ ਹੈ। ਇਸ ਤਰੀਕੇ ਨਾਲ ਉਸਨੇ ਇਸ ਨੂੰ ਇਰੈਸ਼ਨਲ ਸਾਬਿਤ ਕਰਿਆ ਔਰ ਇਹ ਕੰਟੀਨਿਊਸ ਚੱਲਦਾ ਰਹਿਣ ਵਾਲਾ, ਇਹ ਟਰਮੀਨੇਟ ਨਹੀਂ ਹੁੰਦਾ, ਕਹਿਣ ਦਾ ਮਤਲਬ ਇਸ ਦਾ ਡੈਸੀਮਲ। ਸੋ ਕਿ ਐਕਸਪੋਨੈਂਸ਼ੀਅਲ ਫੰਕਸ਼ਨ ਦਾ ਅਗਰ ਗ੍ਰਾਫ ਬਣਾਈਏ ਤਾਂ ਸਾਡੇ ਕੋਲ ਇੱਕ ਤੇ ਅਗਰ ਅਸੀਂ ਇੱਕ ਦੀ ਵੈਲਿਊ ਤੇ ਦੇਖੀਏ ਤਾਂ ਸਾਡੇ ਕੋਲ e ਦੀ ਪਾਵਰ x e ਇਕੁਅਲ ਟੂ 2.71828 ਦੀ ਕੁਛ ਸਮਥਿੰਗ ਜੋ ਵੈਲਿਊ ਹੈ, ਇੱਥੇ ਸਾਡੇ ਕੋਲ e ਦੀ ਪਾਵਰ x ਹੀ ਰਹਿੰਦਾ ਹੈ। ਔਰ ਅਗਰ ਅਸੀਂ ਇਸ ਦਾ ਸਲੋਪ ਵੀ ਕੱਢਦੇ ਹਾਂ ਤਾਂ ਸਾਡੇ ਕੋਲ e ਹੀ ਫੰਕਸ਼ਨ ਆਉਂਦਾ ਹੈ। ਔਰ ਇੱਕ ਅਗਰ ਅਸੀਂ ਇਸ ਦਾ ਏਰੀਆ ਦੇਖੀਏ, ਏਰੀਆ ਅੰਡਰ ਦਾ ਕਰਵ, ਇਹ ਸਾਡਾ ਏਰੀਆ ਅੰਡਰ ਦਾ ਕਰਵ ਹੈ। ਔਰ ਅਗਰ ਏਰੀਆ ਅੰਡਰ ਦਾ ਕਰਵ ਜੇ ਅਸੀਂ ਉਹ ਵੀ ਫਾਈਂਡ ਆਊਟ ਕਰੀਏ ਤਾਂ ਵੀ ਸਾਡੇ ਕੋਲ ਉਸ ਦੀ ਵੈਲਿਊ ਸੇਮ 2.7 ਹੀ ਰਹੇਗੀ। ਤਾਂ ਇਹ ਕੈਲਕੂਲਸ ਦੇ ਵਿੱਚ ਇੱਕ ਨੇਚੁਰਲ ਗਰੋਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਜੋ ਇਹ ਬਹੁਤ ਜ਼ਰੂਰੀ ਵੀ ਹੈ, ਕਿਉਂਕਿ ਅਗਰ ਇਹ ਕਨਸਟੈਂਟ ਨਾ ਹੋਵੇ ਤਾਂ ਸਾਡੇ ਕੋਲ ਹੋਰ ਬਹੁਤ ਨੈਸਟੀ ਜਿਹੜੀ ਕੈਲਕੂਲੇਸ਼ਨਸ ਨੇ ਉਹ ਖੜੀਆਂ ਹੋ ਜਾਣਗੀਆਂ। ਪਰੰਤੂ ਇਸ ਦੇ ਨਾਲ ਸਾਡੇ ਕੋਲ ਕਿਆ ਹੋਇਆ, ਇੱਕ ਬਹੁਤ ਹੀ ਜ਼ਿਆਦਾ ਸਿੰਪਲ ਅਤੇ ਸੌਖੇ ਤਰੀਕੇ ਨਾਲ ਕੈਲਕੂਲਸ ਕਰਨ ਦਾ ਰਾਹ ਖੁੱਲ੍ਹ ਗਿਆ। ਸੋ ਦੋਸਤੋ, ਇਹ ਗਰੋਥ ਦੇ ਬੇਸਿਸ ਤੇ ਜੋ ਈਊਲਰ ਆਈਡੈਂਟੀਟੀ ਵਾਲਾ ਨੰਬਰ ਸੀ ਉਸ ਦੇ ਬਾਰੇ ਕੁਝ ਥੋੜੀ ਬਹੁਤੀ ਜਾਣਕਾਰੀ ਸੀ। ਤਾਂ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਇਸ ਤੇ। ਧੰਨਵਾਦ।